सच्ची भगत गुर शब्द प्यार। गुरु दे शब्द नाल प्यार करना, गुरु दे शब्द नाल जुड़ के ते उस मालक तक पहुँचण दी, उथों तक पकड़ करन दी कोशिश करनी, इहनूं सच्ची भगत आखिया जांदा है। सह बाणी विच खुलासा करदे आ, सच्चे शब्द सच्ची पत होई, सच्चा शब्द सच्ची पत होई, बिन नामै मुगत न पावै कोई, बिन सतगुर को नाउ न पाए, प्रभ ऐसी बनत बनाई हे। ਸਾਹਿਬ ਜੀ ਆਖਦੇ ਆ ਕਿ ਨਾਮ ਤੋਂ ਬਿਨਾਂ ਸਾਨੂੰ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਹੋਵੇਗੀ। ਨਾਮ ਤੋਂ ਬਿਨਾਂ ਸਾਨੂੰ ਕਦੇ ਵੀ ਮਾਲਕ ਦੇ ਘਰ ਵਿੱਚੋਂ ਮਾਣ ਨਹੀਂ ਮਿਲੇਗਾ। ਜਿੰਨੇ ਸਮੇਂ ਤੱਕ ਨਾਮ ਦੇ ਨਾਲ ਨਹੀਂ ਜੁੜ ਜਾਂਦੇ, ਓਨੇ ਸਮੇਂ ਤੱਕ ਸਾਨੂੰ ਵਾਰ-ਵਾਰ ਦੇਹ ਦੇ ਬੰਧਨਾਂ ਦੇ ਵਿੱਚ ਫਸਣਾ ਪਵੇਗਾ। ਜਿੰਨੀ ਵਾਰ ਵੀ ਇਸ ਦੇਹੀ ਵਿੱਚ ਆਵਾਂਗੇ, ਜਿੰਨੀ ਵਾਰ ਵੀ ਦੇਹ ਦੇ ਬੰਧਨਾਂ ਵਿੱਚ ਫਸਾਂਗੇ, ਵਾਰ-ਵਾਰ ਸਾਨੂੰ ਦੁੱਖ, ਤਕਲੀਫਾਂ, ਪਰੇਸ਼ਾਨੀਆਂ ਦਾ ਮੁਕਾਬਲਾ ਕਰਨਾ ਪਵੇਗਾ। ਕਿਉਂਕਿ ਦੇਹੀ ਸਰੀਰ, ਇਹ ਸੰਸਾਰ ਮਾਇਆ, ਇਹਨੂੰ ਸਾਹਿਬ ਨੇ ਦੁੱਖਾਂ ਦਾ ਘਰ ਕਹਿ ਕੇ ਬਿਆਨ ਕੀਤਾ ਹੈ। ਨਾਨਕ ਦੁਖੀਆ ਸਭ ਸੰਸਾਰ। ਇਸ ਲਈ ਪਾਤਸ਼ਾਹ ਆਖਦੇ ਆ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਦੇਹ ਦੇ ਬੰਧਨਾਂ ਤੋਂ ਮੁਕਤੀ ਮਿਲੇ, ਸਾਡਾ ਆਵਾ ਗਾਉਣ ਮਿਟ ਜਾਵੇ, ਸਾਨੂੰ ਅਖੀਰਲੇ ਸਮੇਂ 'ਤੇ ਮਾਲਕ ਆਪ ਲੈਣ ਆਉਣ, ਸਾਨੂੰ ਉਸ ਮਾਲਕ ਦਾ ਘਰ, ਸਾਨੂੰ ਸੱਚਖੰਡ ਪ੍ਰਾਪਤ ਹੋ ਜਾਵੇ, ਫਿਰ ਸਾਨੂੰ ਸ਼ਬਦ ਨਾਲ ਜੁੜਨਾ ਪਵੇਗਾ। ਫਿਰ ਨਾਮ ਦੀ ਕਮਾਈ ਸਾਨੂੰ ਕਰਨੀ ਪਵੇਗੀ। ਜੇ ਅਸੀਂ ਨਾਮ ਦੀ ਕਮਾਈ ਛੱਡ ਕੇ ਦੂਜੇ ਸਾਧਨ ਕਰਦੇ ਹਾਂ, ਤੇ ਸਾਹਿਬ ਬਾਣੀ ਵਿੱਚ ਆਖਦੇ ਆ, ਬਿਨ ਨਾਮੈ ਹੋਰ ਪੂਜ ਨਾ ਹੋਵੀ, ਭਰਮ ਭੁੱਲੀ ਲੋਕਾਈ। ਨਾਮ ਤੋਂ ਬਿਨਾਂ ਉਸ ਮਾਲਕ ਦੀ ਅਸੀਂ ਪੂਜਾ ਨਹੀਂ ਕਰ ਸਕਦੇ। ਨਾਮ ਤੋਂ ਬਿਨਾਂ ਸਾਨੂੰ ਮਾਲਕ ਦਾ ਦੁਆਰਾ ਪ੍ਰਾਪਤ ਨਹੀਂ ਹੋਵੇਗਾ। ਨਾਮ ਤੋਂ ਬਿਨਾਂ ਸਾਨੂੰ ਫਿਰ ਵਾਰ-ਵਾਰ 84 ਦੇ ਗੇੜੇ ਵਿੱਚ ਆਉਣਾ ਪਵੇਗਾ। ਵਾਰ-ਵਾਰ ਫਿਰ ਸਾਨੂੰ ਜਮਾਂ ਦੀ ਮਾਰ ਸਹਾਰਨੀ ਪਵੇਗੀ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਵਾਰ-ਵਾਰ ਦੇਹੀ ਵਿੱਚ ਨਾ ਆਉਣਾ ਪਵੇ, 84 ਦਾ ਗੇੜਾ ਨਾ ਭੋਗਣਾ ਪਵੇ, ਵੇਖੋ ਆਪਾਂ ਕਹਿ ਤੇ ਦਿੰਦੇ ਹਾਂ ਕਿ 84 ਲੱਖ ਜੂਨ ਜਿਹੜੀ ਹੈ, ਇਹਦੇ ਵਿੱਚ ਆਉਣਾ ਪੈਂਦਾ ਹੈ। ਪਰ ਜਿਹੜੇ 84 ਵਿੱਚ ਰੁਲਦੇ ਪਏ ਹਨ, ਉਹਨਾਂ ਵੱਲ ਆਪਾਂ ਵੇਖਦੇ ਵੀ ਹਾਂ। ਕਿਸੇ ਦੇ ਗਲ 'ਤੇ ਛੁਰੀ ਚੱਲਦੀ ਆ, ਘੋੜੇ ਦੀ ਹਾਲਤ ਵੇਖੋ, ਘੋੜੇ ਦੇ ਪਿੱਛੇ ਰੇੜਾ ਜਾਂ ਕੋਈ ਟਾਂਗਾ ਬੰਨ੍ਹ ਕੇ ਉਹਦੇ ਉੱਪਰ ਭਾਰ ਲੱਦਦਾ ਹੈ, ਭਾਰ ਢਾਉਂਦਾ ਹੈ। ਤੇ ਜੇ ਘੋੜਾ ਤੇਜ਼ੀ ਨਾਲ ਨਹੀਂ ਚੱਲਦਾ ਤੇ ਉਹਦੀਆਂ ਲੱਤਾਂ ਤੇ ਉਹਦੀ ਪਿੱਠ ਦੇ ਉੱਪਰ ਡੰਡੇ ਮਾਰੇ ਜਾਂਦੇ ਹਨ। ਤੇ ਜਿਹੜੇ ਆਪਾਂ ਘਰ ਵਿੱਚ ਪਸ਼ੂ ਰੱਖੇ ਹਨ, ਉਹਨਾਂ ਦੀ ਨੱਕ ਦੇ ਵਿੱਚ ਨਕੇਲ ਪਾ ਕੇ ਉਹਨਾਂ ਨੂੰ ਕਿੱਲੇ ਨਾਲ ਬੰਨ੍ਹ ਕੇ ਰੱਖਦੇ ਹਾਂ ਤੇ ਉਹਨਾਂ ਨੂੰ ਗੁਲਾਮੀ ਭੋਗਣੀ ਪੈਂਦੀ ਹੈ। ਨੱਕ ਵਿੱਚ ਜਦੋਂ ਨਕੇਲ ਪਾਈਦੀ ਹੈ ਕਿਸੇ ਪਸ਼ੂ ਦੇ, ਨਕੇਲ ਪਾਉਣ ਵਕਤ ਉਹ ਪਸ਼ੂ ਕਿੰਨਾ ਤੜਫਦਾ ਹੈ, ਉਹਨੂੰ ਕਿੰਨੀ ਪੀੜ, ਕਿੰਨਾ ਦਰਦ ਸਹਾਰਨਾ ਪੈਂਦਾ ਹੈ, ਉਸ ਪੀੜ ਤੋਂ ਅਸੀਂ ਜਾਣਕਾਰ ਨਹੀਂ।
ਇੰਨਾ ਅਨੁਭਵ ਕਰ ਸਕਦੇ ਹਾਂ। ਜਦੋਂ ਡਾਕਟਰ ਦੇ ਕੋਲ ਜਾਈਏ, ਡਾਕਟਰ ਅੱਗੇ ਜਾ ਕੇ ਤਰਲਾ ਕੱਢਦੇ ਹਾਂ ਕਿ ਜਦੋਂ ਆਪ ਟੀਕਾ ਲਾਓ ਤੇ ਬਹੁਤੀ ਜ਼ਿਆਦਾ ਦਰਦ ਨਾ ਹੋਵੇ। ਟੀਕਾ ਲਗਵਾਉਣ ਤੋਂ ਇੰਨਾ ਡਰਦੇ ਹਾਂ ਤੇ ਜਿਸ ਪਸ਼ੂ ਦੇ ਨੱਕ ਵਿੱਚ ਅਸੀਂ ਨਕੇਲ ਪਾਉਂਦੇ ਹਾਂ ਗਰਮ ਸੂਆ ਕਰਕੇ ਅੱਗ ਵਿੱਚ, ਫਿਰ ਉਹਦੇ ਨੱਕ ਦੇ ਵਿੱਚ ਖਬਾ ਦਿੰਦੇ ਹਾਂ। ਨੱਕ ਵਿੱਚ ਛੇਕ ਕੱਢ ਕੇ ਉਹਦੇ ਵਿੱਚ ਰੱਸਾ ਪਾਉਂਦੇ ਹਾਂ, ਉਹਨੂੰ ਫਿਰ ਗੁਲਾਮ ਰੱਖਦੇ ਹਾਂ। ਟੀਕੇ ਦੀ ਪੀੜ ਤੋਂ ਇੰਨਾ ਘਬਰਾਉਂਦੇ ਹਾਂ ਤੇ ਜਦੋਂ ਨੱਕ ਵਿੱਚ ਨਕੇਲ ਪਵੇਗੀ ਕਿੰਨੀ ਪੀੜ, ਕਿੰਨਾ ਦਰਦ ਸਹਾਰਨਾ ਪਵੇਗਾ। ਤੇ ਜੇ ਅਸੀਂ ਇਸ ਮੁਸੀਬਤ, ਇਸ ਪੀੜਾ ਤੋਂ 84 ਲੱਖ ਗੇੜ ਤੋਂ ਬਚਣਾ ਚਾਹੁੰਦੇ ਹਾਂ, ਫਿਰ ਇੱਕੋ ਸਾਧਨ ਹੈ, ਉਹ ਹੈ ਨਾਮ। ਸਾਹਿਬ ਨੇ ਬਾਣੀ ਵਿੱਚ ਆਖਿਆ ਹੈ, ਵਿਣ ਨਾਮੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਵਾਰੀ। ਨਾਮ ਤੋਂ ਬਿਨਾਂ ਮਾਲਕ ਦੇ ਘਰ ਵਿੱਚ ਢੋਈ ਨਹੀਂ ਮਿਲੇਗੀ। ਜਿਹੜੇ ਨਾਮ ਤੋਂ ਬੇਮੁਖ ਹੋ ਗਏ, ਨਾਮ ਤੋਂ ਬੇਮੁਖ ਹੋ ਕੇ ਜਿਨ੍ਹਾਂ ਨੇ ਸਿਰਫ ਬਾਹਰ ਮੁਖੀ ਸਾਧਨ ਅਪਣਾਏ ਹਨ, ਜਿਸ ਤਰ੍ਹਾਂ ਪੂਜਾ ਪਾਠ, ਤਿਲਕ ਲਾਉਣਾ, ਤੀਰਥਾਂ ਦੀ ਯਾਤਰਾ ਕਰਨੀ, ਉੱਥੇ ਜਾ ਕੇ ਇਸ਼ਨਾਨ ਕਰਨਾ, ਦਾਨ ਪੁੰਨ ਕਰਨਾ, ਪਰ ਉਪਕਾਰ ਕਰਨੇ, ਇਹ ਸਿਰਫ ਬਾਹਰ ਮੁਖੀ ਸਾਧਨ ਹਨ। ਠੀਕ ਹੈ, ਅਸੀਂ ਪੂਜਾ ਕਰਦੇ ਹਾਂ, ਪਾਠ ਕਰਦੇ ਹਾਂ, ਸਾਨੂੰ ਇਹਨਾਂ ਦਾ ਫਲ ਮਿਲੇਗਾ, ਪਰ ਇਹਨਾਂ ਦਾ ਫਲ ਸਾਨੂੰ ਲੈਣ ਵਾਸਤੇ ਫਿਰ ਸਾਨੂੰ ਸਰੀਰ ਦੇ ਵਿੱਚ ਆਉਣਾ ਪਵੇਗਾ। ਅਸੀਂ ਹੁਣ ਪੂਜਾ ਕਰਦੇ ਹਾਂ, ਪਾਠ ਕਰਦੇ ਹਾਂ ਤੇ ਪਾਠ ਕਰਕੇ ਫਲ ਦੀ ਇੱਛਾ ਰੱਖਦੇ ਹਾਂ ਤੇ ਫਲ ਲੈਣ ਵਾਸਤੇ ਫਿਰ ਸਾਨੂੰ ਸਰੀਰ ਦੇ ਵਿੱਚ ਆਉਣਾ ਪਵੇਗਾ, ਕਿਉਂਕਿ ਸਰੀਰ ਤੋਂ ਬਿਨਾਂ ਤੇ ਫਲ ਮਿਲੇਗਾ ਨਹੀਂ। ਜਦੋਂ ਫਿਰ ਦੇਹੀ ਵਿੱਚ ਆਵਾਂਗੇ, ਜੋ ਪਰੇਸ਼ਾਨੀਆਂ ਤਕਲੀਫਾਂ ਅੱਜ ਭੋਗ ਰਹੇ ਹਾਂ, ਉਹੀ ਪਰੇਸ਼ਾਨੀਆਂ, ਉਹੀ ਤਕਲੀਫਾਂ ਮੁੜ ਫਿਰ ਭੋਗਣੀਆਂ ਪੈਣਗੀਆਂ। ਜਿਹੜਾ ਸੁੱਖ ਅਸੀਂ ਭਾਲਦੇ ਪਏ ਹਾਂ, ਉਹ ਸੁੱਖ ਸਿਰਫ ਨਾਮ ਦੇ ਵਿੱਚ ਹੈ, ਉਹ ਸੁੱਖ ਸਿਰਫ ਮਾਲਕ ਦੇ ਘਰ ਦੇ ਵਿੱਚ ਹੈ। ਤੇ ਸਹਿਬ ਬਾਣੀ ਵਿੱਚ ਆਖਦੇ ਆ, ਜੀਵ ਆਤਮਾ ਜਦੋਂ ਸਰੀਰ ਦੇ ਵਿੱਚ ਆ ਜਾਂਦੀ ਹੈ ਤੇ ਸਰੀਰ ਦੇਹੀ ਵਿੱਚ ਆ ਕੇ ਇਹਨੂੰ ਬੰਧਨਾਂ ਦੇ ਵਿੱਚ ਫਸਣਾ ਪੈਂਦਾ ਹੈ। ਜੀਵ ਆਤਮਾ ਆਜ਼ਾਦ ਨਹੀਂ ਹੈ, ਇਹ ਗੁਲਾਮੀ ਦੀ ਜ਼ਿੰਦਗੀ ਬਤੀਤ ਕਰਦੀ ਪਈ ਹੈ। ਪਾਤਸ਼ਾਹ ਬਾਣੀ ਵਿੱਚ ਹਵਾਲਾ ਦੇ ਕੇ ਆਖਦੇ ਹਨ, ਸੂਹਟ ਪਿੰਜਰ ਪ੍ਰੇਮ ਕੇ ਬੋਲੇ ਬੋਲਣ ਹਾਰ, ਸਾਚੋ ਚੁਗੈ ਅੰਮ੍ਰਿਤ ਪੀਵੈ ਉੱਡੈ ਤਾਂ ਏਕਾ ਵਾਰ। ਵੇਖੋ, ਜਿਸ ਤਰ੍ਹਾਂ ਇੱਕ ਤੋਤੇ ਨੂੰ ਅਸੀਂ ਪਿੰਜਰੇ ਵਿੱਚ ਬੰਦ ਕਰਦੇ ਹਾਂ, ਸੂਹਟ ਤੋਤੇ ਨੂੰ ਆਖਦੇ ਹਨ। ਸੂਹਟ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਹਾਰ। ਜਿਸ ਆਦਮੀ ਨੇ ਤੋਤੇ ਨੂੰ ਪਿੰਜਰੇ ਵਿੱਚ ਬੰਦ ਕੀਤਾ ਹੈ, ਤੋਤਾ ਪਿੰਜਰੇ ਦੇ ਨਾਲ ਇੰਨਾ ਪਿਆਰ ਪਾ ਲੈਂਦਾ ਹੈ, ਮਾਲਕ ਨਾਲ ਇੰਨਾ ਪਿਆਰ ਪਾ ਲੈਂਦਾ ਹੈ। ਜਿਸ ਮਾਲਕ ਨੇ ਪਿੰਜਰੇ ਵਿੱਚ ਤੋਤੇ ਨੂੰ ਬੰਦ ਕੀਤਾ ਹੈ, ਤੋਤਾ ਫਿਰ ਉਹਦੀ ਬੋਲੀ ਬੋਲਦਾ ਹੈ, ਸਿਰਫ ਉਹਦੀ, ਪਰ ਹੈ ਤੇ ਉਹ ਗੁਲਾਮ ਹੈ ਨਾ, ਗੁਲਾਮ ਬਣਾਇਆ। ਇਸੇ ਤਰ੍ਹਾਂ ਪਾਤਸ਼ਾਹ ਆਖਦੇ ਹਨ, ਜਿਸ ਤਰ੍ਹਾਂ ਇੱਕ ਤੋਤਾ ਪਿੰਜਰੇ ਵਿੱਚ ਬੰਦ ਹੈ ਤੇ ਗੁਲਾਮੀ ਭੋਗਦਾ ਹੈ, ਜੀਵ ਆਤਮਾ ਵੀ ਦੇਹੀ ਦੇ ਵਿੱਚ ਬੰਦ ਹੈ। ਆਤਮਾ ਇੱਕ ਤੋਤੇ ਦੇ ਸਮਾਨ ਆਖਿਆ ਤੇ ਸਰੀਰ ਇੱਕ ਪਿੰਜਰਾ ਹੈ। ਅਸੀਂ ਇਸ ਪਿੰਜਰੇ ਵਿੱਚੋਂ ਆਜ਼ਾਦ ਕਿਸ ਤਰ੍ਹਾਂ ਹੋ ਸਕਦੇ ਹਾਂ? ਪਾਤਸ਼ਾਹ ਨੇ ਇਹ ਵੀ ਸਮਝਾਇਆ, ਸੂਹਟ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਹਾਰ, ਸੱਚ ਚੁਗੈ ਅੰਮ੍ਰਿਤ ਪੀਵੈ ਉੱਡੇ ਤਾਂ ਏਕਾ ਵਾਰ। ਜੇ ਅਸੀਂ ਆਪਣੀ ਦੇਹੀ ਦੇ ਅੰਦਰ ਜਾ ਕੇ ਸੱਚੇ ਨਾਮ ਨੂੰ ਪਾ ਲਈਏ,
ਉਸ ਅੰਮ੍ਰਿਤ ਨੂੰ ਪਾ ਲਈਏ ਜੋ ਸਾਡੀ ਖੁਰਾਕ ਹੈ। ਜੇ ਆਤਮਾ ਸੱਚ ਤੱਕ, ਨਾਮ ਤੱਕ ਪਹੁੰਚ ਜਾਵੇ ਤੇ ਫਿਰ ਆਤਮਾ, ਇਹ ਤੋਤਾ, ਇਸ ਪਿੰਜਰੇ ਤੋਂ ਹਮੇਸ਼ਾ ਵਾਸਤੇ ਆਜ਼ਾਦ ਹੋ ਸਕਦੀ ਹੈ। ਨਾਮ ਤੋਂ ਬਿਨਾਂ ਸਾਨੂੰ ਆਜ਼ਾਦੀ ਨਹੀਂ ਮਿਲੇਗੀ। ਨਾਮ ਤੋਂ ਬਿਨਾਂ ਸਾਨੂੰ ਮਾਲਕ ਦਾ ਦੁਬਾਰਾ ਨਹੀਂ ਮਿਲੇਗਾ। ਪਰ ਮਨੁੱਖ ਦੀ ਹਾਲਤ ਇਸ ਤਰ੍ਹਾਂ ਦੀ ਹੈ, ਨਾਮ ਦੇ ਨਾਲ ਜੁੜਨ ਵਾਸਤੇ ਇਹ ਤਿਆਰ ਨਹੀਂ ਹੋ ਰਿਹਾ। ਸਿਰਫ ਬਾਹਰ ਮੁਖੀ ਕਰਮ ਕਾਂਡ ਦੇ ਵਿੱਚ ਬਹੁਤ ਫਸਿਆ ਹੈ, ਜਿਸ ਨੂੰ ਕਬੀਰ ਸਾਹਿਬ ਨੇ ਬਾਣੀ ਵਿੱਚ ਆਖਿਆ, ਸੰਤੋਂ ਮਾਖਨ ਖਾਇਆ ਛਾਛ ਪੀਐ ਸੰਸਾਰ। ਜਿਹੜੇ ਸੰਸਾਰ ਦੇ ਲੋਕ ਹਨ ਇਹ ਲੱਸੀ ਪੀ ਕੇ ਖੁਸ਼ ਰਹਿੰਦੇ ਹਨ, ਪਰ ਜਿਹੜਾ ਮੱਖਣ ਹੈ, ਜਿਹੜਾ ਘਿਓ ਹੈ, ਉਹ ਤੇ ਸੰਤ ਪੀਂਦੇ ਹਨ। ਮੱਖਣ ਕੀ ਹੈ? ਮੱਖਣ ਹੈ ਨਾਮ, ਮੱਖਣ ਹੈ ਅੰਮ੍ਰਿਤ ਰਸ, ਮੱਖਣ ਹੈ ਉਸ ਮਾਲਕ ਦਾ ਘਰ। ਤੇ ਲੱਸੀ ਕੀ ਹੈ? ਛਾਛ ਲੱਸੀ ਨੂੰ ਆਖਦੇ ਹਨ। ਲੱਸੀ ਹੈ ਸੰਸਾਰ, ਇਹ ਮਾਇਆ ਦਾ ਦੇਸ਼, ਇਹ ਲੱਸੀ ਹੈ। ਵੇਖੋ ਅਸੀਂ ਛਿੱਲੜਾ ਖਾ ਕੇ ਖੁਸ਼ ਰਹਿ ਰਹੇ ਹਾਂ। ਕਿਸੇ ਮਹਾਤਮਾ ਨੇ ਆਖਿਆ ਹੈ ਕਿ ਮਨੁੱਖ ਦੀ ਹਾਲਤ ਇਸ ਤਰ੍ਹਾਂ ਦੀ ਹੈ, ਇਹ ਛਿੱਲੜਾਂ ਖਾ ਕੇ ਖੁਸ਼ ਰਹਿੰਦਾ ਹੈ। ਛਿੱਲੜ ਦੇ ਅੰਦਰ ਜਿਹੜਾ ਗੁੱਦਾ ਹੈ, ਗੁੱਦੇ ਵਿੱਚ ਜਿਹੜਾ ਰਸ ਹੈ, ਉਹਨੂੰ ਇਹ ਪਾਉਣਾ ਨਹੀਂ ਚਾਹੁੰਦਾ, ਸਿਰਫ ਛਿੱਲੜਾਂ ਵੇਖ ਕੇ ਖੁਸ਼ ਹੋ ਰਿਹਾ ਹੈ। ਤੇ ਛਿੱਲੜ ਦੇ ਅੰਦਰ ਜਿਹੜਾ ਗੁੱਦਾ ਹੈ ਉਹਨੂੰ ਸੰਤ ਖਾ ਲੈਂਦੇ ਹਨ, ਤੇ ਛਿੱਲੜਾਂ ਅਸੀਂ ਖਾਂਦੇ ਹਾਂ। ਸੰਤ ਛਿੱਲੜਾਂ ਨੂੰ ਉਤਾਰ ਕੇ ਸੁੱਟ ਦਿੰਦਾ ਹੈ ਤੇ ਗੁੱਦਾ ਖਾਂਦਾ ਹੈ, ਕਿਉਂਕਿ ਗੁੱਦੇ ਵਿੱਚ ਛਿੱਲੜਾਂ ਦੇ ਨਾਲੋਂ ਜ਼ਿਆਦਾ ਰਸ ਹੈ, ਜ਼ਿਆਦਾ ਰਸ। ਇਸ ਲਈ ਛਿੱਲੜ ਕੀ ਹੈ? ਸੰਸਾਰ, ਮਾਇਆ ਦੇ ਪਦਾਰਥ, ਸਰੀਰ, ਦੇਹ ਦੇ ਬੰਧਨ, ਇਹ ਸਾਰਾ ਕੁਝ ਛਿੱਲੜ ਹੈ। ਜਾਂ ਬਾਹਰ ਮੁਖੀ ਜਿਹੜੇ ਅਸੀਂ ਕਰਮ ਕਾਂਡ ਕਰਦੇ ਹਾਂ, ਇਹ ਸਾਰਾ ਕੁਝ ਛਿੱਲੜ ਹੀ ਹੈ। ਇਹ ਲੱਸੀ ਹੈ, ਛਾਛ ਹੈ। ਤੇ ਜਿੰਨੇ ਸਮੇਂ ਤੱਕ ਨਾਮ ਨਾਲ ਨਹੀਂ ਜੁੜਦੇ, ਓਨੇ ਸਮੇਂ ਤੱਕ ਸੱਚੀ ਭਗਤੀ ਦੇ ਅਸੀਂ ਅਧਿਕਾਰੀ ਨਹੀਂ ਬਣ ਸਕਦੇ। ਸਾਡੀ ਭਗਤੀ ਸੱਚੀ ਨਹੀਂ ਹੈ। ਸੱਚੀ ਭਗਤ ਕਿਹੜੀ ਹੈ? ਸੱਚੀ ਭਗਤ ਗੁਰ ਸ਼ਬਦ ਪਿਆਰ, ਨਾਮ ਅਤੇ ਬਾਣੀ ਤੇ ਸ਼ਬਦ ਨਾਲ ਪਿਆਰ ਕਰਨਾ। ਕਿਉਂਕਿ ਜਿਹੜਾ ਸ਼ਬਦ ਹੈ, ਸ਼ਬਦ ਕਾਲ ਅਤੇ ਮਾਇਆ ਤੋਂ ਪਰੇ ਹੈ। ਸ਼ਬਦ ਜਿਹੜਾ ਹੈ ਇਹ ਮਨ, ਮਾਇਆ ਅਤੇ ਅਕਾਲ, ਮਾਫ ਕਰਿਓ, ਮਨ, ਮਾਇਆ ਅਤੇ ਕਾਲ ਦੇ ਦਾਇਰੇ ਤੋਂ ਪਰੇ ਹੈ ਸ਼ਬਦ ਮਾਇਆ ਦੇ ਦੇਸ਼ ਦਾ ਨਹੀਂ। ਬਾਣੀ ਜਿਹੜੀ ਹੈ ਉਹ ਮਾਇਆ ਦੇ ਦੇਸ਼ ਦੀ ਨਹੀਂ ਹੈ। ਬਾਣੀ ਸੱਚਖੰਡ ਵਿੱਚੋਂ ਆਈ ਹੈ। ਜਦੋਂ ਅਸੀਂ ਸੱਚਮੁੱਚ ਬਾਣੀ ਨਾਲ, ਗੁਰੂ ਦੇ ਸ਼ਬਦ ਨਾਲ ਪਿਆਰ ਕਰਾਂਗੇ, ਇਹ ਬਾਣੀ ਜਿੱਥੋਂ ਆਈ ਹੈ, ਇਸ ਬਾਣੀ ਨੇ ਸਾਡੀ ਆਤਮਾ ਨੂੰ, ਸਾਡੀ ਸੁਰਤ ਨੂੰ ਉੱਥੇ ਲੈ ਜਾਣਾ ਹੈ। ਆਪਾਂ ਸ਼੍ਰੀ ਨਾਨਕ ਦੀ ਬਾਣੀ ਪੜ੍ਹਦੇ ਹਾਂ। ਨਾਨਕ ਸਾਹਿਬ ਜੀ ਬਾਣੀ ਵਿੱਚ ਆਖਦੇ ਹਨ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਬਾਣੀ, ਇਹ ਸ਼ਬਦ, ਇਹ ਨਾਮ ਸੱਚਖੰਡ ਵਿੱਚੋਂ ਆਇਆ ਹੈ। ਖਸਮ ਸੱਚਖੰਡ ਦੇ ਵਿੱਚ ਰਹਿਣ ਵਾਲਾ ਹੈ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਮਾਲਕ ਖਸਮ ਆਖ ਲੋ, ਇਹ ਸੱਚ ਸਭਨਾ ਕਾ ਖਸਮ ਹੈ। ਖਸਮ ਆਖੋ, ਮਾਲਕ ਆਖੋ, ਸਾਹਿਬ ਆਖੋ, ਪਿਤਾ ਆਖੋ, ਸਵਾਮੀ ਆਖੋ, ਨਿਰੰਕਾਰ ਆਖੋ। ਸਾਰੇ ਨਾਮ ਉਹਦੇ ਹਨ। ਰਹਿਣ ਵਾਲਾ ਕਿੱਥੋਂ ਦਾ ਹੈ? ਸੱਚਖੰਡ ਦਾ। ਇਸ ਲਈ ਇਹ ਬਾਣੀ, ਇਹ ਉਪਦੇਸ਼, ਨਾਮ ਸੱਚਖੰਡ ਵਿੱਚੋਂ ਆਇਆ ਹੈ। ਜਦੋਂ ਅਸੀਂ ਸ਼ਬਦ ਨਾਲ, ਵਾਹਿਗੁਰੂ ਨਾਮ ਨਾਲ ਆਪਣਾ ਪਿਆਰ ਪਾ ਲਵਾਂਗੇ, ਇਹਦੇ ਨਾਲ ਪ੍ਰੇਮ ਵਾਲਾ ਸੰਬੰਧ, ਰਿਸ਼ਤਾ ਪਾ ਲਵਾਂਗੇ, ਤੇ ਬਾਣੀ, ਨਾਮ, ਸ਼ਬਦ ਦੀ ਕਮਾਈ ਕਰਦਿਆਂ ਸਾਨੂੰ
ਉਸ ਮਾਲਕ ਦਾ ਘਰ ਨਸੀਬ ਹੋਵੇਗਾ। ਦੇਹ ਤੇ ਬੰਧਨਾਂ ਤੋਂ, ਸਰੀਰ ਦੇ ਬੰਧਨਾਂ ਤੋਂ ਆਤਮਾ ਆਜ਼ਾਦ ਹੋਵੇਗੀ। ਤੇ ਜਿਹੜੇ ਨਾਮ ਤੋਂ ਬੇਮੁਖ ਹੋ ਗਏ, ਉਹਨਾਂ ਬਾਬਤ ਸਾਹਿਬ ਨੇ ਬਾਣੀ ਵਿੱਚ ਆਖਿਆ ਹੈ, ਬਿਨ ਸ਼ਬਦੈ ਤਿੰਨਾ ਠੋਰ ਨਾ ਠਾਓ, ਭਰਮ ਭੁੱਲੇ ਜੋ ਸੁਈਐ ਘਰ ਕਾਓ, ਹਲਤ ਪਲਤ ਤਿੰਨੀ ਦੋਵੇਂ ਗਵਾਏ, ਦੁਖੈ ਦੁਖ ਵੇ ਹਾਵਣਿਆ। ਜਿਸ ਤਰ੍ਹਾਂ ਜਿਸ ਘਰ ਵਿੱਚ ਕੋਈ ਨਹੀਂ ਰਹਿੰਦਾ, ਉਸ ਘਰ ਦੇ ਵਿੱਚ ਕਾਂ ਆਉਂਦੇ ਹਨ, ਉਹ ਆ ਕੇ ਆਪਣਾ ਬਸੇਰਾ ਕਰ ਲੈਂਦੇ ਹਨ। ਕਦੀ ਆ ਗਏ, ਕਦੀ ਚਲੇ ਗਏ। ਸੁੰਨੇ ਘਰ ਵਿੱਚ ਜਿਸ ਤਰ੍ਹਾਂ ਕਾਂ ਆਪਣਾ ਬਸੇਰਾ ਕਰ ਲੈਂਦੇ ਹਨ, ਇਸੇ ਤਰ੍ਹਾਂ ਜਿਹੜੀ ਜੀਵ ਆਤਮਾ ਨਾਮ ਤੋਂ ਬੇਮੁਖ ਹੋ ਗਈ, ਉਹ ਕਾਂ ਵਾਂਗੂ ਇਸ ਘਰ ਵਿੱਚ ਆਉਂਦੀ ਹੈ। ਕਦੇ 84 ਲੱਖ ਵਿੱਚ ਆ ਗਈ, ਫਿਰ ਦੁਬਾਰਾ ਫਿਰ ਮਨੁੱਖਾ ਦੇਹੀ ਪਾ ਲਈ, ਫਿਰ ਬੰਧਨਾਂ ਵਿੱਚ ਫਸੀ, ਫਿਰ ਨਾਮ ਤੋਂ ਬੇਮੁਖ ਰਹੀ, ਫਿਰ 84 ਦਾ ਗੇੜਾ ਪਿਆ। ਇਸੇ ਚੱਕਰ ਵਿੱਚ ਇਹ ਫਸੀ ਰਹਿੰਦੀ ਹੈ। ਇਹਨੂੰ ਮੁਕਤੀ ਨਹੀਂ ਮਿਲਦੀ, ਸਿਰਫ ਬਾਹਰ ਮੁਖੀ ਕਰਮ ਕਾਂਡ ਕਰਕੇ ਖੁਸ਼ ਰਹਿੰਦੀ ਹੈ। ਇਹਨੂੰ ਕਿਰਪਾ ਸਮਝ ਕੇ ਬਹਿ ਜਾਂਦੀ ਹੈ ਕਿ ਮੇਰੇ ਤੇ ਕਿਰਪਾ ਹੈ। ਸਿਰਫ 4 ਦਿਨ ਯਾਤਰਾ ਕਰ ਲਈ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲਿਆ, ਪੂਜਾ ਕਰ ਲਈ, ਇਹਦੇ ਵਿੱਚ ਖੁਸ਼ ਹੈ। ਪਰ ਜੋ ਰੂਹਾਨੀਅਤ ਦਾ ਮਾਰਗ ਹੈ, ਉਸ ਤੋਂ ਇਹ ਬਿਲਕੁਲ ਅਣਜਾਣ। ਪਰਮਾਰਥ ਨੂੰ ਸਵਾਰਨਾ ਕਿਸ ਤਰ੍ਹਾਂ ਹੈ, ਇਸ ਤੋਂ ਬਿਲਕੁਲ ਬੇਖਬਰ ਹੋ ਕੇ ਜੀਵ ਆਤਮਾ ਬੈਠੀ ਹੈ। ਬਾਹਰ ਮੁਖੀ ਕਰਮ ਕਾਂਡਾਂ ਦੇ ਵਿੱਚ ਆਪਣਾ ਮਨ ਲਾਇਆ ਹੈ। ਸਰੀਰ ਅਤੇ ਮਨ ਮਾਇਆ ਦੀ ਹੀ ਭਗਤੀ ਜੀਵ ਆਤਮਾ ਅਨੰਤ ਜਨਮਾਂ ਤੋਂ ਕਰ ਰਹੀ ਹੈ। ਦੇਹਤ ਬੰਧਨਾਂ ਤੋਂ ਅਜਾਨ ਹੋਣ ਵਾਸਤੇ ਸਾਨੂੰ ਮਾਲਕ ਦੇ ਘਰ ਵਿੱਚ ਜਨਮ ਲੈਣਾ ਪਵੇਗਾ। ਸਹਿ ਬਾਣੀ ਵਿੱਚ ਆਖਦੇ ਆ, ਸਤਿਗੁਰ ਕੈ ਜਨਮੈ ਗਮਨ ਮਟਾਇਆ। ਮਾਲਕ ਦੇ ਘਰ ਸਾਨੂੰ ਜਨਮ ਲੈਣਾ ਪਵੇਗਾ ਤੇ ਇੱਕ ਵਾਰ ਸਾਨੂੰ ਮਰਨਾ ਪਵੇਗਾ। ਮੌਤ ਕੀ ਹੈ? ਮੌਤ ਹੈ ਕਿ ਇਸ ਮਨ ਮਾਇਆ ਕਾਲ ਦੇ ਦਾਇਰੇ ਤੋਂ ਪਾਰ ਹੋ ਜਾਣਾ, ਇਹਨੂੰ ਮੌਤ ਆਖਦੇ ਹਨ। ਤੇ ਜੋ ਸਤਿਗੁਰ ਦੇ ਰੂਹਾਨੀ ਮੰਡਲ ਹਨ, ਉੱਥੇ ਪਹੁੰਚਣਾ। ਜੋ ਆਤਮਿਕ ਮੰਡਲ ਹਨ, ਉੱਥੇ ਪਹੁੰਚ ਜਾਣਾ। ਉੱਥੇ ਜਾ ਕੇ ਜੀਵ ਆਤਮਾ ਦਾ ਜਨਮ ਹੁੰਦਾ ਹੈ। ਜਦੋਂ ਜੀਵ ਆਤਮਾ ਨਾਮ ਸ਼ਬਦ ਦੀ ਕਮਾਈ ਕਰਕੇ ਸਤਿਗੁਰ ਦੇ ਕੋਲੋਂ ਨਾਮ ਸ਼ਬਦ ਦਾ ਭੇਦ ਲੈ ਕੇ ਮਨ ਮਾਇਆ ਕਾਲ ਦੇ ਦਾਇਰੇ ਤੋਂ ਪਾਰ ਹੋਵੇਗੀ। ਜੋ ਸਤਿਗੁਰ ਦੇ ਰੂਹਾਨੀ ਮੰਡਲ ਹਨ, ਜਿੱਥੇ ਸਤਿਗੁਰ ਰਹਿੰਦਾ ਹੈ, ਜੇ ਅਸੀਂ ਮਨ ਅਤੇ ਆਤਮਾ ਸੁਰਤ ਕਰਕੇ ਰੂਹਾਨੀ ਆਤਮਿਕ ਮੰਡਲਾਂ ਵਿੱਚ ਪਹੁੰਚ ਜਾਵਾਂਗੇ, ਉੱਥੇ ਸਾਡਾ ਜਨਮ ਹੋਵੇਗਾ। ਜਦੋਂ ਉੱਥੇ ਜਨਮ ਹੋਇਆ, ਫਿਰ ਸਾਨੂੰ ਵਾਰ-ਵਾਰ ਭਵਜਲ ਸਾਗਰ ਸਮੁੰਦਰ ਵਿੱਚ ਆਉਣਾ ਨਹੀਂ ਪਵੇਗਾ। ਸਾਨੂੰ 84 ਦੇ ਗੇੜ ਨਹੀਂ ਪੈਣਗੇ। ਸਾਨੂੰ ਇਸ ਦੇਹ ਦੇ ਬੰਧਨਾਂ ਵਿੱਚ ਫਸਣਾ ਨਹੀਂ ਪਵੇਗਾ। ਸਦੀਵ ਕਾਲ ਵਾਸਤੇ ਅਸੀਂ ਉਸ ਮਾਲਕ ਦੇ ਘਰ ਬਵਾਂਗੇ। ਉੱਥੇ ਜਾ ਕੇ ਤੇ ਉਹਦੇ ਘਰ ਦਾ ਆਨੰਦ ਪਾਵਾਂਗੇ। ਜੋ ਸੁੱਖ ਅਸੀਂ ਭਾਲਦੇ ਹਾਂ, ਜੋ ਸੁੱਖ ਜੀਵ ਆਤਮਾ ਚਾਹੁੰਦੀ ਹੈ, ਉਹ ਸੁੱਖ ਸਿਰਫ ਸੱਚਖੰਡ ਦੇ ਵਿੱਚ ਹੈ। ਆਪਣੇ ਘਰ ਤੋਂ ਵਿਛੜ ਕੇ, ਆਪਣੇ ਘਰ ਤੋਂ ਦੂਰ ਹੋ ਕੇ, ਆਪਣੇ ਮਾਂ ਆਪਣੇ ਪਿਓ ਤੋਂ ਦੂਰ ਹੋ ਕੇ ਕਦੇ ਵੀ ਕੋਈ ਸੁੱਖ ਨਹੀਂ ਪਾ ਸਕਦਾ। ਸਿਆਣੇ ਆਖਦੇ ਹਨ, ਸੁੱਖ ਆਪਣੇ ਘਰ ਜਾ ਕੇ ਮਿਲਦਾ ਹੈ। ਜਿੱਥੇ ਮਰਜ਼ੀ ਸਾਰਾ ਦਿਨ ਘੁੰਮੀਏ, ਜੇ ਆਪਾਂ ਉਦਾਹਰਨ ਲਈਏ, ਸਾਰਾ ਦਿਨ ਜਿੱਥੇ ਮਰਜ਼ੀ ਜਾਈਏ, ਜਿੱਥੇ ਮਰਜ਼ੀ ਘੁੰਮੀਏ, ਸ਼ਾਮ ਨੂੰ ਜਦੋਂ ਘਰ ਆਉਂਦੇ ਹਾਂ, ਘਰ ਆ ਕੇ ਆਪਾਂ ਆਖਦੇ ਹਾਂ, ਹੁਣ ਸੁੱਖ ਆਇਆ, ਹੁਣ ਚੈਨ ਆਇਆ, ਹੁਣ ਮੈਨੂੰ ਆਰਾਮ ਆਇਆ। ਆਪਣੇ ਘਰ ਆਪਣੇ ਪਰਿਵਾਰ ਵਿੱਚ ਆ ਕੇ ਆਦਮੀ ਸੁੱਖ ਪਾਉਂਦਾ ਹੈ। ਸਾਰਾ ਦਿਨ ਘਰ ਤੋਂ ਬਾਹਰ ਰਿਹਾ, ਜਦੋਂ ਸ਼ਾਮ ਨੂੰ ਘਰ ਆਇਆ, ਆਪਣੇ ਪਰਿਵਾਰ ਬੱਚਿਆਂ ਨੂੰ ਵੇਖਿਆ, ਸਾਰੀ ਤਕਲੀਫ ਇੱਕ ਛਿਨ ਵਿੱਚ
ਸਾਰੀ ਥਕਾਵਟ ਇੱਕ ਛਿਨ ਵਿੱਚ ਦੂਰ ਹੋ ਗਈ, ਕਿਉਂਕਿ ਸੁੱਖ ਆਪਣੇ ਘਰ ਜਾ ਕੇ ਹੀ ਮਿਲਦਾ ਹੈ। ਠੀਕ ਹੈ, ਸਰੀਰ ਨੂੰ ਤੇ ਸੁੱਖ ਮਿਲ ਗਿਆ ਹੈ, ਪਰ ਜੀਵ ਆਤਮਾ ਇਹ ਅਜੇ ਸੁੱਖ ਨਹੀਂ ਪਾ ਰਹੀ। ਸੁੱਖ ਇਹਨੂੰ ਉਦੋਂ ਮਿਲੇਗਾ ਜਦੋਂ ਇਹ ਆਪਣੇ ਨਿੱਜ ਘਰ, ਆਪਣੇ ਸੱਚਖੰਡ ਧਾਮ ਨੂੰ ਪਹੁੰਚ ਜਾਵੇ।